ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਇੱਕ ਬਹੁਤ ਹੀ ਦਿਲਚਸਪ ਕਹਾਣੀ ਦੀ ਗੱਲ ਕਰਾਂਗੇ। ਇਹ ਕਹਾਣੀ ਹੈ ਕਿ ਕਿਵੇਂ ਅਤੇ ਕਿਉਂ ਯੂਰਪ ਦੀਆਂ ਵੱਡੀਆਂ ਤਾਕਤਾਂ ਨੇ ਭਾਰਤ ਆਉਣ ਲਈ ਸਮੁੰਦਰਾਂ ਨੂੰ ਖੰਗਾਲਿਆ ਤੇ ਇਸ ਨਾਲ ਪੂਰੀ ਦੁਨੀਆ ਦੇ ਆਪਸੀ ਰਿਸ਼ਤਿਆਂ ਦਾ ਇੱਕ ਬਿਲਕੁਲ ਨਵਾਂ ਦੌਰ ਸ਼ੁਰੂ ਹੋ ਗਿਆ। ਤਾਂ ਚਲੋ ਇਸ ਸਫ਼ਰ ਤੇ ਚੱਲਦੇ ਹਾਂ। ਤਾਂ ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਹਾਲਾਤ ਕੀ ਸਨ। ਵੇਖੋ, ਸੈਂਕੜੇ ਸਾਲਾਂ ਤੋਂ ਨਾ ਮਸਾਲਿਆਂ ਵਰਗਾ ਕੀਮਤੀ ਸਮਾਨ ਏਸ਼ੀਆ ਤੋਂ ਯੂਰਪ ਜਾਂਦਾ ਤਾਂ ਸੀ, ਪਰ ਇਹ ਸਫ਼ਰ ਬਹੁਤ ਲੰਬਾ ਤੇ ਗੁੰਝਲਦਾਰ ਸੀ। ਜ਼ਮੀਨੀ ਰਸਤਿਆਂ ਤੇ ਕਈ ਵਿਚੋਲੇ ਸਨ, ਜਿਸ ਕਰਕੇ ਸਮਾਨ ਪਹੁੰਚਦੇ-ਪਹੁੰਚਦੇ ਬਹੁਤ ਮਹਿੰਗਾ ਹੋ ਜਾਂਦਾ ਸੀ। ਪਰ ਫਿਰ ਕਹਾਣੀ ਇੱਕਦਮ ਬਦਲ ਗਈ। ਸਾਲ 1453 ਵਿੱਚ ਆਟੋਮਨ ਸਾਮਰਾਜ ਨੇ ਕਾਂਸਟੈਂਟੀਨੋਪਲ ਤੇ ਕਬਜ਼ਾ ਕਰ ਲਿਆ ਤੇ ਇਸ ਨਾਲ ਵਪਾਰ ਦੇ ਸਾਰੇ ਪੁਰਾਣੇ ਰਸਤੇ ਇੱਕ ਤਰ੍ਹਾਂ ਨਾਲ ਰਾਤੋਂ-ਰਾਤ ਬੰਦ ਹੋ ਗਏ। ਯੂਰਪ ਦੇ ਵਪਾਰੀਆਂ ਲਈ ਇਹ ਇੱਕ ਬਹੁਤ ਵੱਡੀ ਮੁਸੀਬਤ ਸੀ ਅਤੇ ਇਸੇ ਮੁਸੀਬਤ ਨੇ ਇੱਕ ਨਵੀਂ ਦੌੜ ਸ਼ੁਰੂ ਕਰ ਦਿੱਤੀ, ਭਾਰਤ ਲਈ ਇੱਕ ਨਵਾਂ ਰਸਤਾ ਲੱਭਣ ਦੀ ਦੌੜ। ਅੱਜ ਆਪਾਂ ਇਸੇ ਕਹਾਣੀ ਨੂੰ ਦੇਖਾਂਗੇ ਕਿ ਕਿਵੇਂ ਇਸ ਦੌੜ ਦੀ ਸ਼ੁਰੂਆਤ ਹੋਈ, ਕਿਵੇਂ ਪੁਰਤਗਾਲ ਨੇ ਆਪਣਾ ਸਮੁੰਦਰੀ ਸਾਮਰਾਜ ਬਣਾਇਆ, ਫਿਰ ਕਿਵੇਂ ਨਵੀਆਂ ਕੰਪਨੀਆਂ ਆਈਆਂ, ਉਹਨਾਂ ਵਿਚਾਲੇ ਟੱਕਰ ਕਿਵੇਂ ਹੋਈ ਤੇ ਇਸ ਸਭ ਨੇ ਭਾਰਤ ਦੇ ਇਤਿਹਾਸ ਨੂੰ ਕਿਵੇਂ ਬਦਲਿਆ। ਚਲੋ ਕਹਾਣੀ ਦੇ ਪਹਿਲੇ ਹਿੱਸੇ ਵੱਲ ਵਧਦੇ ਹਾਂ। ਜਦੋਂ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਤਾਂ ਦੂਜਾ ਲੱਭਣਾ ਹੀ ਪੈਂਦਾ ਹੈ। ਇਸੇ ਆਰਥਿਕ ਸੰਕਟ ਦੇ ਜਵਾਬ ਵਿੱਚ ਖੋਜ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ, ਜਿਸ ਨੂੰ ਏਜ ਆਫ ਡਿਸਕਵਰੀ ਵੀ ਕਿਹਾ ਜਾਂਦਾ ਹੈ। ਤੇ ਇਸ ਸੰਕਟ ਦਾ ਹੱਲ ਲੈ ਕੇ ਆਇਆ ਪੁਰਤਗਾਲ। 1498 ਵਿੱਚ ਵਾਸਕੋ ਡੇ ਗਾਮਾ ਨੇ ਇੱਕ ਅਜਿਹਾ ਕਾਰਨਾਮਾ ਕਰ ਦਿਖਾਇਆ ਜੋ ਪਹਿਲਾਂ ਕਿਸੇ ਨੇ ਨਹੀਂ ਸੀ ਕੀਤਾ। ਉਸਨੇ ਅਫਰੀਕਾ ਦਾ ਪੂਰਾ ਚੱਕਰ ਲਾ ਕੇ ਭਾਰਤ ਤੱਕ ਸਿੱਧਾ ਸਮੁੰਦਰੀ ਰਸਤਾ ਖੋਜ ਲਿਆ। ਇਹ ਇੱਕ ਗੇਮ ਚੇਂਜਰ ਸੀ, ਕਿਉਂਕਿ ਹੁਣ ਵਿਚੋਲਿਆਂ ਦੀ ਕੋਈ ਲੋੜ ਨਹੀਂ ਸੀ। ਤਾਂ ਰਸਤਾ ਤਾਂ ਲੱਭ ਗਿਆ, ਪਰ ਇਸ ਤੋਂ ਬਾਅਦ ਕੀ ਹੋਇਆ? ਪੁਰਤਗਾਲ ਨੇ ਇਸ ਫਰਸਟ ਮੂਵਰ ਯਾਨੀ ਪਹਿਲਾਂ ਪਹੁੰਚਣ ਦੇ ਫਾਇਦੇ ਨੂੰ ਕਿਵੇਂ ਵਰਤਿਆ? ਆਓ ਦੇਖੀਏ। ਦੇਖੋ, ਪੁਰਤਗਾਲੀਆਂ ਦੀ ਪਾਲਿਸੀ ਬੜੀ ਸਿੱਧੀ ਤੇ ਸਾਫ਼ ਸੀ ਤੇ ਕਾਫੀ ਹਮਲਾਵਰ ਵੀ। ਉਹਨਾਂ ਨੇ ਨੀਲੇ ਪਾਣੀ ਦੀ ਨੀਤੀ ਅਪਣਾਈ। ਇਸ ਦਾ ਮਤਲਬ ਸੀ ਕਿ ਜ਼ਮੀਨ ਤੇ ਕਬਜ਼ਾ ਕਰਨ ਦੀ ਬਜਾਏ ਪੂਰੇ ਸਮੁੰਦਰ ਤੇ ਕੰਟਰੋਲ ਕਰਨਾ। ਉਹਨਾਂ ਨੇ ਆਪਣੀ ਨੇਵੀ ਦੇ ਦਮ ਤੇ ਦੂਜੇ ਜਹਾਜ਼ਾਂ ਨੂੰ ਕਾਰਟੇਜ ਨਾਂ ਦਾ ਇੱਕ ਲਾਇਸੈਂਸ ਖਰੀਦਣ ਲਈ ਮਜਬੂਰ ਕੀਤਾ। ਬਿਨਾਂ ਇਸ ਦੇ ਕੋਈ ਵਪਾਰ ਨਹੀਂ ਕਰ ਸਕਦਾ ਸੀ। ਅਤੇ ਦੇਖੋ ਕਿੰਨੀ ਤੇਜ਼ੀ ਨਾਲ ਸਭ ਕੁਝ ਹੋਇਆ। 1498 ਵਿੱਚ ਵਾਸਕੋ ਡੇ ਗਾਮਾ ਆਇਆ ਤੇ ਅਗਲੇ ਸਿਰਫ 12 ਸਾਲਾਂ ਵਿੱਚ ਉਹਨਾਂ ਨੇ ਕਿਲੇ ਬਣਾ ਲਏ, ਵੱਡੀਆਂ ਜਲ ਸੈਨਾਵਾਂ ਨੂੰ ਹਰਾ ਦਿੱਤਾ ਤੇ ਗੋਆ ਵਰਗੀ ਅਹਿਮ ਬੰਦਰਗਾਹ ਤੇ ਕਬਜ਼ਾ ਵੀ ਕਰ ਲਿਆ। ਉਹਨਾਂ ਨੇ ਆਪਣਾ ਐਸਟਾਡੋ ਦਾ ਇੰਡੀਆ ਯਾਨੀ ਭਾਰਤ ਵਿੱਚ ਆਪਣਾ ਰਾਜ ਸਥਾਪਿਤ ਕਰ ਲਿਆ ਸੀ। ਪਰ ਖੇਡ ਵਿੱਚ ਹਮੇਸ਼ਾ ਨਵੇਂ ਖਿਡਾਰੀ ਆਉਂਦੇ ਨੇ। ਪੁਰਤਗਾਲੀ ਇਸ ਦੌੜ ਵਿੱਚ ਬਹੁਤਾ ਚਿਰ ਇਕੱਲੇ ਨਹੀਂ ਰਹੇ। ਹੁਣ ਮੈਦਾਨ ਵਿੱਚ ਯੂਰਪ ਤੋਂ ਦੂਜੀਆਂ ਤਾਕਤਾਂ ਆਈਆਂ, ਪਰ ਉਹ ਇੱਕ ਬਿਲਕੁਲ ਨਵੇਂ ਅੰਦਾਜ਼ ਨਾਲ ਆਈਆਂ। ਉਹ ਕੰਪਨੀਆਂ ਬਣ ਕੇ ਆਈਆਂ। ਤਾਂ ਪੁਰਤਗਾਲ ਤੋਂ ਬਾਅਦ ਕੌਣ-ਕੌਣ ਆਇਆ, ਜ਼ਰਾ ਇੱਕ ਨਜ਼ਰ ਮਾਰੀਏ। 1600 ਵਿੱਚ ਅੰਗਰੇਜ਼ ਆਏ, ਫਿਰ ਡੱਚ, ਡੈਨਿਸ਼ ਤੇ ਆਖਿਰ ਵਿੱਚ ਫ੍ਰੈਂਚ। ਮਤਲਬ ਕਿ ਹੁਣ ਮੁਕਾਬਲਾ ਬਹੁਤ ਸਖਤ ਹੋਣ ਵਾਲਾ ਸੀ। ਹੁਣ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਦੋਹਾਂ ਵਿੱਚ ਫਰਕ ਕੀ ਸੀ। ਦੇਖੋ, ਇੱਕ ਪਾਸੇ ਸੀ ਪੁਰਤਗਾਲ ਦਾ ਸਾਮਰਾਜ, ਜਿਸ ਨੂੰ ਸਿੱਧਾ ਰਾਜਾ ਚਲਾਉਂਦਾ ਸੀ ਤੇ ਜਿਸ ਦਾ ਮਕਸਦ ਧਰਮ, ਸ਼ਾਨ ਤੇ ਦੌਲਤ ਕਮਾਉਣਾ ਸੀ। ਦੂਜੀ ਪਾਸੇ ਸਨ ਅੰਗਰੇਜ਼ਾਂ ਤੇ ਡੱਚਾਂ ਦੀਆਂ ਪ੍ਰਾਈਵੇਟ ਕੰਪਨੀਆਂ, ਜਿਨ੍ਹਾਂ ਨੂੰ ਪੈਸਾ ਲਾਉਣ ਵਾਲੇ ਸ਼ੇਅਰ ਹੋਲਡਰ ਚਲਾਉਂਦੇ ਸਨ। ਉਹਨਾਂ ਦਾ ਸਿਰਫ ਇੱਕੋ ਹੀ ਮਕਸਦ ਸੀ, ਮੁਨਾਫਾ। ਇਸੇ ਕਰਕੇ ਉਹ ਵਪਾਰ ਵਿੱਚ ਜ਼ਿਆਦਾ ਫੁਰਤੀਲੇ ਸਨ। ਅਤੇ ਜਦੋਂ ਇੱਕੋ ਮੈਦਾਨ ਤੇ ਮੁਨਾਫੇ ਲਈ ਇੰਨੇ ਸਾਰੇ ਖਿਡਾਰੀ ਆ ਜਾਣ ਤਾਂ ਟੱਕਰ ਤਾਂ ਹੋਣੀ ਹੀ ਹੈ। ਇਹ ਲੜਾਈ ਸੀ ਪੁਰਾਣੇ ਖਿਡਾਰੀ ਯਾਨੀ ਪੁਰਤਗਾਲ ਅਤੇ ਨਵੀਆਂ ਆਈਆਂ ਕੰਪਨੀਆਂ ਦੇ ਵਿਚਕਾਰ। ਇੱਕ ਫੈਸਲਾਕੁੰਨ ਪਲ ਆਇਆ 1612 ਵਿੱਚ ਗੁਜਰਾਤ ਦੇ ਨੇੜੇ ਸਵਾਲੀ ਦੀ ਲੜਾਈ ਵਿੱਚ। ਇੱਥੇ ਅੰਗਰੇਜ਼ਾਂ ਦੇ ਛੋਟੇ ਜਿਹੇ ਬੇੜੇ ਨੇ ਪੁਰਤਗਾਲ ਦੀ ਤਾਕਤਵਰ ਨੇਵੀ ਨੂੰ ਹਰਾ ਦਿੱਤਾ। ਇਹ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ, ਜਿਸ ਨੇ ਭਾਰਤ ਵਿੱਚ ਤਾਕਤ ਦਾ ਪੂਰਾ ਸੰਤੁਲਨ ਬਦਲਣਾ ਸ਼ੁਰੂ ਕਰ ਦਿੱਤਾ। ਇਸ ਇੱਕ ਜਿੱਤ ਦੇ ਨਤੀਜੇ ਕੀ ਨਿਕਲੇ? ਪਹਿਲੀ ਗੱਲ ਤਾਂ ਇਹ ਕਿ ਪੁਰਤਗਾਲੀ ਨੇਵੀ ਨੂੰ ਹਰਾਇਆ ਨਹੀਂ ਜਾ ਸਕਦਾ, ਇਹ ਭਰਮ ਟੁੱਟ ਗਿਆ। ਦੂਸਰਾ, ਮੁਗਲ ਬਾਦਸ਼ਾਹ ਜਹਾਂਗੀਰ ਅੰਗਰੇਜ਼ਾਂ ਦੀ ਤਾਕਤ ਤੋਂ ਬਹੁਤ ਪ੍ਰਭਾਵਿਤ ਹੋਇਆ। ਅਤੇ ਤੀਜਾ ਤੇ ਸਭ ਤੋਂ ਅਹਿਮ, ਇਸੇ ਜਿੱਤ ਤੋਂ ਬਾਅਦ ਅੰਗਰੇਜ਼ਾਂ ਨੂੰ ਸੂਰਤ ਵਿੱਚ ਆਪਣੀ ਪਹਿਲੀ ਪੱਕੀ ਫੈਕਟਰੀ ਲਗਾਉਣ ਦੀ ਇਜਾਜ਼ਤ ਮਿਲੀ। ਇੱਕ ਤਰ੍ਹਾਂ ਨਾਲ ਈਸਟ ਇੰਡੀਆ ਕੰਪਨੀ ਲਈ ਭਾਰਤ ਦੇ ਦਰਵਾਜ਼ੇ ਖੁੱਲ੍ਹ ਗਏ। ਤਾਂ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਭਾਰਤ ਦੀ ਤੱਟ ਰੇਖਾ ਦੀ ਤਸਵੀਰ ਕਿਹੋ ਜਿਹੀ ਦਿਸਣ ਲੱਗ ਪਈ ਸੀ? ਆਓ ਵੇਖੀਏ। ਇਸ ਨਕਸ਼ੇ ਨੂੰ ਦੇਖ ਕੇ ਸਥਿਤੀ ਬਿਲਕੁਲ ਸਾਫ਼ ਹੋ ਜਾਂਦੀ ਹੈ। ਜਿੱਥੇ ਪਹਿਲਾਂ ਭਾਰਤ ਦੇ ਤੱਟਾਂ ਤੇ ਸਿਰਫ ਪੁਰਤਗਾਲ ਦਾ ਦਬਦਬਾ ਸੀ, ਉੱਥੇ 1700 ਦੇ ਦਹਾਕੇ ਤੱਕ ਹੁਣ ਬ੍ਰਿਟਿਸ਼, ਡੱਚ, ਫ੍ਰੈਂਚ ਤੇ ਡੈਨਿਸ਼ ਸਭ ਦੇ ਝੰਡੇ ਲਹਿਰਾ ਰਹੇ ਸਨ। ਪੂਰੀ ਤੱਟ ਰੇਖਾ ਵਪਾਰਕ ਚੌਕੀਆਂ ਨਾਲ ਭਰ ਗਈ ਸੀ। ਤਾਂ ਹੌਲੀ-ਹੌਲੀ ਕੀ ਹੋਇਆ? ਪੁਰਤਗਾਲ ਦੀ ਤਾਕਤ ਘਟਦੀ ਗਈ। ਡੱਚ ਕੰਪਨੀ ਨੇ ਆਪਣਾ ਜ਼ਿਆਦਾ ਧਿਆਨ ਇੰਡੋਨੇਸ਼ੀਆ ਦੇ ਮਸਾਲਾ ਟਾਪੂਆਂ ਤੇ ਲਗਾ ਲਿਆ। ਇਸ ਨਾਲ ਭਾਰਤ ਦੇ ਮੈਦਾਨ ਵਿੱਚ ਮੁੱਖ ਤੌਰ ਤੇ ਸਿਰਫ ਦੋ ਵੱਡੇ ਦਾਅਵੇਦਾਰ ਬਚੇ, ਬ੍ਰਿਟਿਸ਼ ਅਤੇ ਫ੍ਰੈਂਚ।
ਤਾਂ ਕਹਾਣੀ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਛੱਡ ਦਿੰਦੀ ਹੈ। ਪੁਰਾਣੀਆਂ ਤਾਕਤਾਂ ਦਾ ਦੌਰ ਖਤਮ ਹੋ ਰਿਹਾ ਸੀ ਤੇ ਇੱਕ ਨਵੀਂ ਦੁਸ਼ਮਣੀ ਬ੍ਰਿਟਿਸ਼ ਅਤੇ ਫ੍ਰੈਂਚ ਵਿਚਕਾਰ ਸ਼ੁਰੂ ਹੋ ਰਹੀ ਸੀ। ਪਰ ਸਵਾਲ ਇਹ ਹੈ ਕਿ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਕੋਲ ਅਜਿਹਾ ਕੀ ਖਾਸ ਸੀ ਜਿਸ ਨੇ ਆਖਿਰਕਾਰ ਉਸ ਨੂੰ ਸਭ ਤੋਂ ਅੱਗੇ ਕਰ ਦਿੱਤਾ? ਇਹ ਆਪਣੇ ਆਪ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ।